मौत दे नाल इस वेले बड़ी खबर जुड़ी हुई आ रही है। बड़ा अपडेट तुहाडे नाल साझा करन जा रहे हैं। किवें होई मौत ते किवें होया एक्सीडेंट, कौन कौन सी नाल ये तुहानू दसांगे। बड़ा अपडेट सामने आया दीप सिद्धू दी मौत दे नाल जिहड़ा सामने आया सुख जिहड़ा ये दीप सिद्धू दी मौत हुई है बहुत दुखदाई आ। हर पासे सोग दी लहर आ। पर दर्शकों नू ये जरूर दसना चाहांगे कि जदों दीप सिद्धू का एक्सीडेंट हुंदा सब तो पहला स्क्रोल पंजाब तुहानू दस रहे कि दीप सिद्धू जदों वापस मुड़ रहे हुंदे ने ओ अपनी गर्लफ्रेंड दे नाल वैलेंटाइन डे मना के वापस आ रहे हुंदे ने जदों उन्हां दा एक्सीडेंट हुंदा। कुछ घंटे पहला ही ओह अपनियां वीडियो अपनियां जिहड़ियां फोटोज ने अपनी गर्लफ्रेंड रीना रॉय दे नाल शेयर करदे ने, स्टोरियां पाउंदे ने ते उस तो बाद कुछ ही घंटे बाद ये हादसा वापर जाता है। बिल्कुल सिमी क्योंकि दीप सिद्धू के जो एक्सीडेंट की खबर सामने आती है तो फिर कुछ लोगों के वालों उन्होंने सोशल मीडिया भी फरोलिया जाता तो एक तस्वीर सामने आती आ रीना राय जोरे रंधावे का कुछ समय पहले एक गाना आया सी तो एक मॉडल आई सी रीना राय तो उस रीना राय के नाल जिहड़ी उहदी वैलेंटाइन डे हैप्पी वैलेंटाइन डे लिख के दीप सिद्धू की तस्वीर सामने आती आ हुण जो अपडेट निकल के आया कि रीना राय दे नाल वैलेंटाइन डे मना के ना दीप सिद्धू दिल्ली तो वापस आ रहे सी जदों ये घटना वापरी आ। घटना दी भी तस्वीरां सामने आईयां ने सिमी एक हिला के रख देण वालियां ने क्योंकि ये हादसा भी तस्वीरां ने गड्डी दा अगला पासा जिहड़ा बिल्कुल ही दिखाई नहीं दे रहा। इन्नी तस्वीरां रूह कंबाऊ ने कि देख के जिहड़ा सीना आ चीरिया जांदा क्योंकि खबर हर एक बंदे दे लई इन्नी ज्यादा दुखदाई आ। ਜਿਹੜੇ ਬੰਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਇਸ ਦੇ ਰਿਲੇਟਡ ਇਨਫੋਰਮੇਸ਼ਨ ਲੈਣ ਦੀ ਲਈ ਗੱਲਬਾਤ ਕਰਦੇ ਆ ਤਾਂ ਹਰ ਇੱਕ ਦੀ ਜ਼ੁਬਾਨ ਜਿਹੜੀ ਆ ਕੰਬ ਰਹੀ ਆ। ਸਾਡੀ ਵੀ ਜ਼ੁਬਾਨ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਕੰਬ ਰਹੀ ਆ। ਸਾਡੀ ਵੀ ਜ਼ੁਬਾਨ ਜਿਹੜੀ ਆ ਥਿਰਕ ਰਹੀ ਆ, ਲੜਖੜਾ ਰਹੀ ਆ ਕਿਉਂਕਿ ਬਹੁਤ ਵੱਡਾ ਝਟਕਾ ਜਿਹੜਾ ਉਹ ਲੱਗਿਆ ਕਿਉਂਕਿ ਦੀਪ ਸਿੱਧੂ ਨੂੰ ਬਹੁਤ ਰੰਗਾਂ ਦੇ ਵਿੱਚ ਦੇਖਿਆ ਜਾਂਦਾ ਸੁੱਖ। ਕਦੇ ਉਹ ਕਿਸਾਨੀ ਅੰਦੋਲਨ ਦੇ ਵਿੱਚ ਦਿਖਾਈ ਦਿੰਦੇ ਨੇ, ਸੰਘਰਸ਼ ਲੜਦੇ ਨੇ, ਕਦੇ ਉਹ ਸਿਰਫ ਤੇ ਸਿਰਫ ਆਪਣੀ ਕੌਮ ਲਈ ਲੜਨ ਦੀ ਗੱਲ ਕਰਦੇ ਨੇ, ਕਦੇ ਉਹ ਫਿਲਮਾਂ ਦੇ ਵਿੱਚ ਦਿਖਾਈ ਦਿੰਦੇ ਨੇ, ਕਦੇ ਉਹ ਮਾਡਲਿੰਗ ਦੇ ਵਿੱਚ ਦਿਖਾਈ ਦਿੰਦੇ ਨੇ। ਹਰ ਇੱਕ ਰੰਗ ਦੀਪ ਸਿੱਧੂ ਨੇ ਮਾਣਿਆ ਜ਼ਿੰਦਗੀ ਦਾ ਪਰ ਕਿਤੇ ਨਾ ਕਿਤੇ ਕਿਸੇ ਨੂੰ ਨਹੀਂ ਪਤਾ ਸੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਜਿਹੜੇ ਆ ਦੀਪ ਸਿੱਧੂ ਇਸ ਦੁਨੀਆ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਣਗੇ। क्योंकि बहुत लोगों ਦੀਆਂ दीप सिद्धू ਦੇ ਨਾਲ ਨਜ਼ਦੀਕੀਆਂ ਸੀਗੀਆਂ ਖਾਸ ਕਰਕੇ ਜਦੋਂ दीप सिद्धू ਨੇ ਆਪਣੀ ਡੈਬਿਊ ਫਿਲਮ ਕੀਤੀ ਸੀਗੀ ਉਹਨਾਂ ਦੀ ਫਿਲਮ ਆਈ ਸੀ ਜੋਗਾ ਰਮਤਾ ਜੋਗੀ ਤਾਂ ਉਸ ਫਿਲਮ ਦੇ ਨਾਲ ਇੱਕ ਅੱਛੀ ਪਹਿਚਾਨ दीप सिद्धू ਦੇ ਵੱਲੋਂ ਬਣਾਈ ਗਈ ਸੀ। ਉਸ ਤੋਂ ਬਾਅਦ ਅਗਲੀ ਫਿਲਮ ਉਹਨਾਂ ਦੀ ਆਉਂਦੀ ਹੈਗੀ ਜੋਰਾ 10 ਨੰਬਰੀ ਆ ਤਾਂ ਇੱਕ ਵੱਖਰੀ ਛਾਪ ਆ ਜਿਹੜੀ ਉਹ दीप सिद्धू ਫਿਲਮ ਜਗਤ ਦੇ ਵਿੱਚ ਛੱਡਦੇ ਨੇ, ਇੱਕ ਵੱਖਰੀ ਪਹਿਚਾਣ ਬਣਾ ਲੈਂਦੇ ਨੇ। ਇਹ ਫਿਰ ਜਿਵੇਂ ਹੀ ਲੋਕ ਸਭਾ ਚੋਣਾਂ ਆਉਂਦੀਆਂ ਨੇ ਤਾਂ ਸਣੀ ਦਿਓਲ ਦਾ ਪ੍ਰਚਾਰ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਉਹ ਅੱਗੇ ਆਉਂਦੇ ਨੇ दीप सिद्धू ਉਹ ਤਾਂ ਸਣੀ ਦਿਓਲ ਦੀ ਜਿੱਤ ਦੇ ਵਿੱਚ ਵੀ ਅਲੱਗ ਹੀ ਜਿਹੜਾ ਪਹਿਚਾਣ ਉਹਨਾਂ ਨੂੰ ਦਿਵਾਉਂਦੇ ਨੇ। ਬਿਲਕੁਲ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਸਿਮੀ ਕਿ ਇਹ ਸਣੀ ਦਿਓਲ ਦੀ ਜਿੱਤ ਦੇ ਵਿੱਚ ਨਾ ਇੱਕ ਵੱਡਾ ਯੋਗਦਾਨ ਆ ਜਿਹੜਾ दीप सिद्धू ਦਾ ਰਿਹਾ ਕਿਉਂਕਿ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਕਈ ਲੋਕ ਉਸ ਸਮੇਂ ਤੱਕ दीप सिद्धू ਨੂੰ ਜਾਣਦੇ ਵੀ ਨਹੀਂ ਹੋਣਗੇ। ਉਸ ਤੋਂ ਬਾਅਦ ਹੀ ਉਹ ਪਹਿਚਾਣ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਕਈ ਲੋਕ ਹਾਲਾਂਕਿ ਦੇਖੋ ਜਿਹੜੇ ਸਨੀ ਦਿਓਲ ਨੇ ਉਹ ਬਾਲੀਵੁੱਡ ਦੇ ਨਾਲ ਰਿਲੇਟ ਕਰਦੇ ਨੇ, ਪੰਜਾਬ ਦੇ ਨਾਲ ਰਿਲੇਟ ਕਰਦੇ ਨੇ ਪਰ ਬਾਲੀਵੁੱਡ ਦੇ ਲੋਕ ਉਹਨੂੰ ਜ਼ਿਆਦਾ ਜਾਣਦੇ ਨੇ। ਹਿੰਦੀ ਲੋਕ ਜਿਹੜੇ ਜਾਣਦੇ ਨੇ ਬੋਲਦੇ ਨੇ ਉਹ ਜ਼ਿਆਦਾ ਜਾਣਦੇ ਨੇ ਪਰ ਉਹਦੇ ਨਾਲ ਜੁੜ ਕੇ ਕਿਤੇ ਨਾ ਕਿਤੇ ਪਹਿਚਾਨ ਜ਼ਰੂਰ ਮਿਲੀ ਸੀ। ਪਰ ਅੱਜ ਦੀ ਜੇ ਗੱਲ ਕਰੀਏ ਅੱਜ ਇਹ ਉਹ ਦਿਨ ਹੈ ਜਦੋਂ ਹਰ ਇੱਕ ਬੰਦੇ ਦੀ ਜ਼ੁਬਾਨ ਲੜਖੜਾ ਰਹੀ ਹੈ। ਇਸ ਬਾਰੇ ਗੱਲ ਕਰਦੇ ਹੋਏ ਦੱਸਦੇ ਹੋਏ ਹਰ ਇੱਕ ਬੰਦੇ ਨੂੰ ਦੁੱਖ ਮਹਿਸੂਸ ਹੋ ਰਿਹਾ ਅੰਦਰੋਂ। ਤੇ ਸਭ ਤੋਂ ਵੱਡੀ ਗੱਲ ਜਿਹੜੇ ਕਦੇ दीप सिद्धू ਨੂੰ ਬੁਰਾ ਵੀ ਬੋਲਦੇ ਸੀ, ਕਿਸਾਨੀ ਅੰਦੋਲਨ ਹੋਵੇ ਜਾਂ ਫਿਰ ਕਿਸੇ ਹੋਰ ਗੱਲ ਦੀ ਗੱਲ ਹੋਵੇ, ਜਿਹੜੇ ਬੁਰਾ ਬੋਲਦੇ ਸੀ ਅੱਜ ਉਹ ਵੀ ਭਾਵੁਕ ਹੋ ਕੇ ਪੋਸਟਾਂ ਪਾ ਰਹੇ ਨੇ, ਲਾਈਵ ਹੋ ਰਹੇ ਨੇ। ਜੇ ਗੁਰਪ੍ਰੀਤ ਕੋਟਲੀ ਦੀ ਗੱਲ ਕੀਤੀ ਜਾਵੇ ਤਾਂ ਜੇ ਮੈਂ ਗਲਤ ਨਾ ਹੋਵਾਂ ਕਿਸਾਨੀ ਅੰਦੋਲਨ ਦੇ ਦੌਰਾਨ ਗੁਰਪ੍ਰੀਤ ਕੋਟਲੀ ਕਈ ਵਾਰ ਲਾਈਵ ਹੁੰਦੇ ਨੇ ਤੇ ਕਈ ਵਾਰ दीप सिद्धू ਤੇ ਇਲਜ਼ਾਮ ਵੀ ਲਗਾਉਂਦੇ ਨੇ ਪਰ ਅੱਜ ਉਹੀ ਗੁਰਪ੍ਰੀਤ ਕੋਟਲੀ ਲਾਈਵ ਹੋ ਕੇ ਲੋਕਾਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਕਿ ਇਹ ਹੋਣਾ ਨਹੀਂ ਚਾਹੀਦਾ ਸੀ। ਗਿਲੇ ਸ਼ਿਕਵੇ ਹੋਏ ਹੋਣਗੇ, ਜ਼ਰੂਰ ਹੋਏ ਹੋਣਗੇ ਪਰ ਯਾਰਾ ਮਾਫ ਕਰ ਦੇ, ਮਾਫੀ ਮੰਗ ਰਹੇ ਨੇ। ਬਿਲਕੁਲ ਸਿਮੀ ਦੇਖਿਆ ਜਾਵੇ ਕਿਉਂਕਿ ਆਪਸੀ ਮਤਭੇਦ ਹੁੰਦੇ ਨੇ ਲੋਕਾਂ ਦੇ, ਆਮ ਹੁੰਦੇ ਨੇ। ਕਿਸਾਨਾਂ ਤੇ दीप सिद्धू ਦੇ ਵਿਚਕਾਰ ਵੀ ਮਤਭੇਦ ਸੀ। ਕੋਟਲੀ ਦੀ ਗੱਲ ਕਰ ਲਈ ਜਾਵੇ ਉਹਨਾਂ ਦੇ ਵਿਚਕਾਰ ਵੀ ਮਤਭੇਦ ਸੀ ਪਰ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਕਿਸੇ ਮਾਂ ਦਾ ਪੁੱਤ ਚੜ੍ਹਦੀ ਜਵਾਨੀ ਦੇ ਵਿੱਚ ਇਸ ਪ੍ਰਕਾਰ ਦੁਨੀਆ ਤੋਂ ਚਲਾ ਜਾਵੇ। ਬਿਲਕੁਲ ਦੇਖੋ ਇੱਕ ਵੱਡਾ ਝਟਕਾ ਹੈ ਕਿਉਂਕਿ
ਖਬਰ ਵੀ ਨਹੀਂ ਸੀ ਕਿਸੇ ਨੂੰ। ਹਾਲਾਂਕਿ ਜਦੋਂ ਆਪਾਂ ਆਫਿਸ ਦੇ ਵਿੱਚ ਬੈਠੇ ਸੀ ਸਾਨੂੰ ਕੁਝ ਨਹੀਂ ਪਤਾ ਸੀ, ਅਸੀਂ ਜੀ। ਨਾਰਮਲ ਗੱਲਾਂ ਬਾਤਾਂ ਕਰ ਰਹੇ ਸੀ, ਸਾਨੂੰ ਨਹੀਂ ਪਤਾ ਸੀਗਾ ਕਿ ਇੰਨਾ ਵੱਡਾ ਹਾਦਸਾ ਵਾਪਰ ਜਾਵੇਗਾ। ਬਿਲਕੁਲ। ਸਭ ਕੁਝ ਨਾਰਮਲ ਸੀ, ਪਰ ਜਿਵੇਂ ਹੀ ਇਹ ਖਬਰ ਬ੍ਰੇਕ ਹੁੰਦੀ ਹੈ, ਜਿਵੇਂ ਹੀ ਗੱਲ ਪਤਾ ਲੱਗਦੀ ਹੈ ਕਿ ਜਿਹੜੇ ਆ ਦੀਪ ਸਿੱਧੂ ਆ, ਜਿਹੜੇ ਦੀਪ ਸਿੱਧੂ ਆ ਉਹ ਇਸ ਦੁਨੀਆ ਤੇ ਨਹੀਂ ਰਹੇ, ਉਹਨਾਂ ਦੀ ਮੌਤ ਹੋ ਗਈ, ਹਾਦਸਾ ਹੋਇਆ, ਤਾਂ ਕਿਤੇ ਨਾ ਕਿਤੇ ਇੱਕ ਭਾਵੇਂ ਅਸੀਂ ਪੱਤਰਕਾਰ ਆ ਪਰ ਇਨਸਾਨੀਅਤ ਦੇ ਤੌਰ ਤੇ ਇਹ ਕਦੀ ਵੀ ਮਤਲਬ ਆਪਣੀ ਜ਼ੁਬਾਨ ਤੇ ਜਾਂ ਫਿਰ ਆਪਣੇ ਕੰਨਾਂ ਤੇ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਹੋ ਸਕਦਾ, ਇਹ ਖਬਰ ਸਾਹਮਣੇ ਆਈ ਆ, ਮਤਲਬ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। ਦੇਖਿਆ ਜਾਵੇ ਤਾਂ 2 ਦਿਨ ਪਹਿਲਾਂ ਉਹੀ ਦੀਪ ਸਿੱਧੂ ਜਿਹੜੇ ਅਮਰਗੜ੍ਹ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀਗੇ ਲੋਕਾਂ ਦੇ ਅੰਦਰ। ਚੋਣ ਪ੍ਰਚਾਰ ਦੌਰਾਨ ਇੱਕ ਨਵੀਂ ਫੂਕ ਜਿਹੜੀ ਉਹਨਾਂ ਦੇ ਵੱਲੋਂ ਭਰੀ ਜਾ ਰਹੀ ਸੀ, ਲੋਕਾਂ ਨੂੰ ਇੱਕ ਉਤਸ਼ਾਹ ਦੱਸਿਆ ਜਾ ਰਿਹਾ ਸੀਗਾ। ਅੱਜ ਦੀ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਦੀਆਂ ਕਮੀਆਂ ਦੀਪ ਸਿੱਧੂ ਅਕਸਰ, ਕਿਉਂਕਿ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਦੀਪ ਸਿੱਧੂ ਤਰਕਾਂ ਦੇ ਨਾਲ ਬਹੁਤ ਲੋਕਾਂ ਤੇ ਦੀਪ ਸਿੱਧੂ ਦੇ ਵੱਲੋਂ ਆਵਾਜ਼ ਚੁੱਕੀ ਗਈ ਹੈ, ਪਰ ਹਰ ਵਾਰ ਦੀਪ ਸਿੱਧੂ ਨੇ ਇਹ ਨਹੀਂ ਵੀ ਕੋਈ ਫालतू ਆਵਾਜ਼ ਚੁੱਕੀ ਆ, ਤਰਕਾਂ ਦੇ ਨਾਲ ਦੀਪ ਸਿੱਧੂ ਆਵਾਜ਼ ਚੁੱਕਦੇ ਰਹੇ ਨੇ। ਤਾਂ ਜਦੋਂ ਕੋਈ ਬੰਦਾ ਤਰਕਾਂ ਦੇ ਨਾਲ ਗੱਲ ਕਰਦਾ ਤਾਂ ਆਪਸੀ ਮਤਭੇਦ ਜ਼ਰੂਰ ਹੁੰਦੇ ਨੇਗੇ। ਉਹ ਕਈ ਸਿਆਸਤਦਾਨਾਂ ਦੇ ਨਾਲ ਵੀ ਦੀਪ ਸਿੱਧੂ ਦੇ ਮਤਭੇਦ ਦੇਖੇ ਗਏ ਨੇ। ਕਿਸਾਨੀ ਅੰਦੋਲਨ ਦੌਰਾਨ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਨਾਲ ਵੀ ਉਹਨਾਂ ਦੇ ਮਤਭੇਦ ਨੇ ਜਿਹੜੇ ਉਹ ਦੇਖੇ ਗਏ ਨੇ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਗੱਲ ਕਰ ਲਈ ਜਾਵੇ ਇਹ ਜਾਂ ਕੋਈ ਵੀ ਹੋਵੇ, ਕਿਉਂਕਿ ਮਤਭੇਦ ਬਣੇ ਹੋਏ ਸੀ। ਇਹ ਸਿਮੀ ਉਸ ਵਕਤ ਦੇਖਿਆ ਗਿਆ ਸੀ ਕਿ ਜਦੋਂ 26 ਜਨਵਰੀ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ ਨਾ, ਤਾਂ ਉਸ ਤੋਂ ਬਾਅਦ ਦੀਪ ਸਿੱਧੂ ਜਦੋਂ ਫਰਾਰ ਸੀ ਤਾਂ ਇਹ ਖਬਰ ਸਾਹਮਣੇ ਆਈ ਸੀ ਕਿ ਦੀਪ ਸਿੱਧੂ ਜਿਹੜੀਆਂ ਵੀਡੀਓਜ਼ ਪਾ ਰਿਹਾ, ਇੱਕ ਲੜਕੀ ਦੇ ਥਰੂ ਵੀਡੀਓਜ਼ ਪਾ ਰਿਹਾਗਾ ਦੀਪ ਸਿੱਧੂ। ਉਹ ਦੀਪ ਸਿੱਧੂ ਦੇ ਵੱਲੋਂ ਉਸ ਲੜਕੀ ਨੂੰ ਜੀਮੇਲ ਵਗੈਰਾ ਦੇ ਰਾਹੀਂ ਵੀਡੀਓਜ਼ ਭੇਜੀਆਂ ਜਾਂਦੀਆਂ ਨੇਗੀਆਂ, ਤਾਂ ਉਸ ਲੜਕੀ ਦੇ ਵੱਲੋਂ ਵਿਦੇਸ਼ ਦੇ ਵਿੱਚੋਂ ਪੋਸਟ ਕੀਤੀਆਂ ਜਾਂਦੀਆਂ ਨੇ। ਤਾਂ ਉਸ ਸਮੇਂ ਇੱਕ ਲੜਕੀ ਦਾ ਨਾਮ ਸਾਹਮਣੇ ਆਇਆ ਸੀ, ਰੀਨਾ ਰਾਏ। ਬਿਲਕੁਲ, ਇਹ ਰੀਨਾ ਰਾਏ ਅੱਜ ਵੀ ਜਦੋਂ ਮੌਤ ਹੋਈ ਆ ਦੀਪ ਸਿੱਧੂ ਦੀ, ਉਸ ਵਕਤ ਉਸ ਦੇ ਨਾਲ ਮੌਜੂਦ ਸੀ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਦੋਸਤ, ਜਿਹੜੇ ਉਹਨਾਂ ਦੇ ਦੋਸਤ ਨੇ, ਜਿਹੜੇ ਨਾਲ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਸਵਾਰ ਸੀ, ਉਹਨਾਂ ਦੀ ਵੀ ਮੌਤ ਹੋ ਗਈ ਆ। 2 ਜਣਿਆਂ ਦੀ ਮੌਤ ਹੋਈ ਆ ਇਸ ਹਾਦਸੇ ਦੇ ਵਿੱਚ, ਉਹਨਾਂ ਦੇ ਦੋਸਤ ਦੀ ਮੌਤ ਹੋ ਗਈ। ਜੇ ਗੱਲ ਕਰੀਏ ਉਹਨਾਂ ਦੇ ਬਹੁਤ ਹੀ ਕਰੀਬੀ ਦੋਸਤ ਜਾਂ ਰਿਸ਼ਤੇਦਾਰ ਦੀ ਗੱਲ ਕਰ ਲਈਏ, ਕਹਿ ਸਕਦੇ ਆ ਕਿ ਬਹੁਤ ਹੀ ਕਰੀਬੀ ਹਰਪ੍ਰੀਤ ਦੇਵਗਨ, ਉਸ ਵਕਤ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਹੀ ਭਾਵੁਕ ਨਜ਼ਰ ਆ ਰਹੇ ਸੀ। ਬਹੁਤ ਹੀ ਉਹਨਾਂ ਦੀ ਜ਼ੁਬਾਨ ਆ ਜਿਹੜੀ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਸੀ, ਉਹ ਸਦਮੇ ਦੇ ਵਿੱਚ ਸੀਗੇ। ਕਿਉਂਕਿ ਸਿਮੀ ਕਿਸੇ ਦਾ ਵੀ ਕਰੀਬੀ ਕੋਈ ਇਸ ਪ੍ਰਕਾਰ ਦੁਨੀਆ ਤੋਂ ਚਲਾ ਜਾਵੇ ਕਾਫੀ ਸਮੇਂ ਤੱਕ ਤਾਂ ਯਕੀਨ ਨਹੀਂ ਆਉਂਦਾ। ਕਰੀਬੀ ਹੀ ਨਹੀਂ ਸੁਖ, ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਸਾਨੂੰ ਵੀ ਇਹ ਮਹਿਸੂਸ ਹੋ ਰਿਹਾ, ਸਾਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ, ਕਿਉਂਕਿ ਭਾਵੇਂ ਚਾਹੇ ਜੋ ਮਰਜ਼ੀ ਹੋਵੇ, ਪਰ ਜਦੋਂ ਇਸ ਤਰ੍ਹਾਂ ਦਾ ਹਾਦਸਾ ਹੁੰਦਾ ਹੈ, ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਬਹੁਤ ਜਿਹੜਾ ਆ ਅਸਰ ਹੁੰਦਾ ਸਾਡੀ ਜ਼ਿੰਦਗੀ ਤੇ ਵੀ, ਆਮ ਲੋਕਾਂ ਤੇ ਵੀ, ਕਿਉਂਕਿ ਪਰਿਵਾਰ ਜਿਹੜਾ ਆ, ਆਮ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਦੁੱਖ ਹੋ ਹੀ ਰਿਹਾ, ਪਰ ਜਿਹੜਾ ਅੱਜ ਪਰਿਵਾਰ ਆ ਉਹ ਕਿਤੇ ਨਾ ਬਹੁਤ ਸਦਮੇ ਦੇ ਵਿੱਚ ਹੋਣਾ। ਜਦੋਂ ਉਹਨਾਂ ਨੂੰ ਇਹ ਖਬਰ ਪਤਾ ਲੱਗੀ ਹੋਣੀ ਆ, ਕਿਤੇ ਉਹਨਾਂ ਨੂੰ ਫੋਨ ਗਿਆ ਹੋਣਾ, ਉਹਨਾਂ ਦਾ ਪੁੱਤ ਹੱਸਦਾ ਖੇਡਦਾ ਘਰ ਵਾਪਸ ਆ ਰਿਹਾ, ਪਰ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਹੋਣੀ ਆ ਤਾਂ ਇਹ ਸੋਚ ਕੇ ਮਨ ਜਿਹੜਾ ਆ ਹੁਣ ਮਤਲਬ ਅੰਦਰੋਂ ਮਹਿਸੂਸ ਕਰੇ ਕਿ ਕਿਵੇਂ। ਹੁਣ ਇੱਕ ਪੋਸਟ ਸਾਹਮਣੇ ਆਈ ਆ ਅਦਾਕਾਰ ਗੁਰਚੇਤ ਚਿੱਤਰਕਾਰ ਦੀ, ਜਿਨ੍ਹਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਾਦਸਾ ਜਾਂ ਫਿਰ ਕਤਲ। ਬਿਲਕੁਲ, ਇਹ ਬਹੁਤ ਵੱਡਾ, ਇਹ ਹੋ ਸਕਦਾ ਹੈ ਕਿ ਬਹੁਤ ਵੱਡਾ ਸਵਾਲ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਸ ਮੌਤ ਨੂੰ, ਇਸ ਹਾਦਸੇ ਨੂੰ ਬਹੁਤ ਨਜ਼ਰੀਆਂ ਦੇ ਨਾਲ ਦੇਖਣਗੇ, ਬਹੁਤ ਨਜ਼ਰੀਏ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਹੋਣਗੇ। ਗੁਰਚੇਤ ਚਿੱਤਰਕਾਰ ਦਾ ਜਿਹੜਾ ਸਵਾਲ ਹੈ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ, ਕਿਉਂਕਿ ਚੋਣਾਂ ਦਾ ਸਮਾਂ ਨੇੜੇ ਆ, ਕਿਸਾਨੀ ਅੰਦੋਲਨ ਲੰਘ ਕੇ ਗਿਆ, ਸਿਮਰਨਜੀਤ ਮਾਨ ਹੋਰਾਂ ਦੇ ਲਈ ਉਹਨਾਂ ਦੇ ਵੱਲੋਂ ਉਹ ਚੋਣ ਪ੍ਰਚਾਰ ਕਰਦੇ ਨੇ ਦੀਪ ਸਿੱਧੂ। ਕਿਤੇ ਨਾ ਕਿਤੇ ਵੱਡੇ ਸਵਾਲ ਹਰ ਇੱਕ ਐਂਗਲ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮਾਮਲੇ ਨੂੰ। ਇਸ ਮੌਤ ਦੇ ਪਿੱਛੇ ਅਸਲ ਕਾਰਨ ਕੀ ਰਹੇ ਹੋਣਗੇ, ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਜਾਂ ਫਿਰ ਪਰਿਵਾਰ ਦੇ ਵੱਲੋਂ ਖੰਗਾਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ। ਬਿਲਕੁਲ, ਇਸ ਮਾਮਲੇ ਦੀ ਤਹਿ ਤੱਕ ਤਾਂ ਜ਼ਰੂਰ ਪਹੁੰਚਿਆ ਜਾਊਗਾ ਸਿਮੀ, ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ, ਕਿਉਂਕਿ ਦੀਪ ਸਿੱਧੂ ਦੇ ਆਪਣੇ ਜਿਹੜੇ ਭਰਾ ਨੇਗੇ ਉਹ ਖੁਦ ਇੱਕ ਚੰਗੇ ਐਡਵੋਕੇਟ ਨੇ। ਦੀਪ ਸਿੱਧੂ ਦੇ ਜਿਹੜੇ ਕਈ ਕਰੀਬੀ ਨੇ ਤੇ ਉਹ ਵਕੀਲੀ ਦੀ ਸਮਝ ਰੱਖਦੇ ਨੇ। ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਕਾਨੂੰਨੀ ਤੌਰ ਤੇ ਜੇ ਕੁਝ ਲੱਗਦਾ ਹੋਇਆ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ, ਤਾਂ ਉਸ ਹਿਸਾਬ ਦੇ ਨਾਲ ਵੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਜਾਂ ਫਿਰ ਖੰਗਾਲਿਆ ਜਾਵੇਗਾ। ਹਰ ਇੱਕ ਪੱਖ ਤੋਂ ਇਸ ਐਕਸੀਡੈਂਟ ਨੂੰ ਖੰਗਾਲਿਆ ਜਾਵੇਗਾ। ਜਿਸ ਤਰ੍ਹਾਂ ਗੁਰਚੇਤ ਚਿੱਤਰਕਾਰ ਦੇ ਵੱਲੋਂ ਸਵਾਲ ਚੁੱਕਿਆ ਗਿਆ, ਇਸੇ ਤਰ੍ਹਾਂ ਹੋਰ ਵੀ ਬੜੇ ਸਵਾਲ
ਚੁੱਕੇ ਜਾਣਗੇ। ਤਾਂ ਸਿਮੀ ਦੇਖਿਆ ਜਾਵੇ ਜੇ ਇਹ ਕਿਉਂਕਿ ਕਿਸੇ ਦੀ ਸਾਜ਼ਿਸ਼ ਵੀ ਹੋ ਸਕਦੀ ਹੈ, ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। ਦੀਪ ਸਿੱਧੂ ਵੀ ਇੱਕ ਚੰਗੇ ਵਕੀਲ ਸੀ, ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਦੀਪ ਸਿੱਧੂ ਇੱਕ ਚੰਗੇ ਵਕੀਲ ਸੀ। ਉੱਤੋਂ ਦੇਖਿਆ ਜਾਵੇ ਤਾਂ ਦੀਪ ਸਿੱਧੂ ਤੇ ਕਾਫੀ ਲੋਕਾਂ ਦੀ ਅੱਖ ਵੀ ਸੀ, ਖਾਸ ਕਰਕੇ 26 ਜਨਵਰੀ ਦੇ ਮਾਮਲੇ ਤੋਂ ਬਾਅਦ ਦੀਪ ਸਿੱਧੂ ਕਾਫੀ ਲੋਕਾਂ ਦੇ ਨਿਸ਼ਾਨੇ ਤੇ ਵੀ ਆ ਗਏ ਸੀ। ਇਹ ਤੇ ਸਿਆਸਤ ਦੇ ਨਾਲ ਵੀ ਜੇ ਜੋੜ ਕੇ ਦੇਖਿਆ ਜਾਵੇ ਤਾਂ ਹੁਣ ਦੀਪ ਸਿੱਧੂ ਕਾਫੀ ਸਰਗਰਮ ਵੀ ਨਜ਼ਰ ਆ ਰਹੇ ਸੀ। ਪਰ ਕਦੇ ਵੀ ਜੇ ਕਿਸੇ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾਗਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ, ਕਿਉਂਕਿ ਬੇਸ਼ੱਕ ਤੁਹਾਡੇ ਮਤਭੇਦ ਨੇ, ਕਿਸੇ ਵੀ ਗੱਲ ਨੂੰ ਲੈ ਕੇ ਮਤਭੇਦ ਹੁੰਦੇ ਨੇ, ਅਕਸਰ ਲੋਕਾਂ ਦੇ ਹੋ ਜਾਂਦੇ ਨੇ, ਪਰ ਇਸ ਪ੍ਰਕਾਰ ਕਿਸੇ ਦੇ ਖਿਲਾਫ ਕੋਈ ਸਾਜ਼ਿਸ਼ ਰਚਨਾ, ਕਿਸੇ ਨੂੰ ਇਸ ਪ੍ਰਕਾਰ ਦੁਨੀਆ ਤੋਂ ਚੱਲਦਾ ਕਰਨਾ ਕਾਫੀ ਨਿੰਦਣਯੋਗ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਵੇਲੇ ਜਿਹੜੀ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਦੀਪ ਸਿੱਧੂ ਆਪਣੀ ਗਰਲਫ੍ਰੈਂਡ ਦੇ ਨਾਲ, ਰੀਨਾ ਰॉय ਦੇ ਨਾਲ ਵੈਲੈਂਟਾਈਨ ਡੇ ਮਨਾ ਕੇ ਵਾਪਸ ਮੁੜ ਰਹੇ ਸੀ ਤਾਂ ਉਸ ਵਕਤ ਇਹ ਭਿਆਨਕ ਹਾਦਸਾ ਜਿਹੜਾ ਹੁੰਦਾ ਹੈ, ਉਸ ਵਕਤ ਇਹ ਰੂਹ ਕੰਬਾਊ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਸਾਰਿਆਂ ਦੇ ਸਾਹਮਣੇ, ਤਾਂ ਬਹੁਤ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਸੁਖੇ ਤਸਵੀਰਾਂ। ਬਿਲਕੁਲ ਸਿਮੀ ਦੇਖਿਆ ਜਾਵੇ ਤਾਂ ਕਿਉਂਕਿ ਇਹ ਦੀਪ ਸਿੱਧੂ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਜਦੋਂ ਉਹ ਦਿੱਲੀ ਤੋਂ ਚੱਲੇ ਸੀ, ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ, ਜਿਹੜੀ ਖਬਰ ਸਿਮੀ ਪਹਿਲਾਂ ਨਿਕਲ ਕੇ ਆਈ ਸੀ ਕਿ ਦੀਪ ਸਿੱਧੂ ਤੇ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਮਹਿਲਾ ਮਿੱਤਰ ਦੋਵੇਂ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਹੇ ਸੀ ਜਦੋਂ ਇਹ ਘਟਨਾ ਘਟੀ ਆ। ਤਾਂ ਉਸ ਵਕਤ ਕਿ ਦੀਪ ਸਿੱਧੂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ, ਉਸਦੀ ਮਹਿਲਾ ਮਿੱਤਰ ਨੂੰ ਹਸਪਤਾਲ ਇਲਾਜ ਦੇ ਲਈ ਲੈ ਕੇ ਜਾਇਆ ਗਿਆ। ਪਰ ਅਗਲੀ ਖਬਰ ਜਦੋਂ ਸਾਹਮਣੇ ਆਉਂਦੀ ਆ ਕਿ ਉਸਦੇ ਦੋਸਤ ਦੀ ਵੀ ਜਿਹੜੀ ਮੌਤ ਹੋਈ ਆ, ਤਾਂ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਸਿਮੀ ਤੀਸਰਾ ਅਪਡੇਟ ਆਇਆਗਾ, ਉਸਦੇ ਮੁਤਾਬਕ ਕਿ ਰੀਨਾ ਰਾਏ ਦੇ ਨਾਲ ਜਿਹੜਾ ਵੈਲੈਂਟਾਈਨ ਡੇ ਮਨਾ ਕੇ ਦੀਪ ਸਿੱਧੂ ਤੇ ਉਸਦਾ ਜਿਹੜਾ ਇੱਕ ਕਰੀਬੀ ਦੋਸਤ ਦੋਵੇਂ ਗੱਡੀ ਦੇ ਵਿੱਚ ਵਾਪਸ ਆ ਰਹੇ ਸੀ ਤੇ ਦੀਪ ਸਿੱਧੂ ਗੱਡੀ ਚਲਾ ਰਹੇ ਸੀ, ਤਾਂ ਸਾਹਮਣੇ ਖੜੇ ਕੰਟੇਨਰ ਦੇ ਨਾਲ ਜਿਹੜੀ ਗੱਡੀ ਟਕਰਾ ਗਈ ਤੇ ਇਸ ਹਾਦਸੇ ਦੇ ਵਿੱਚ ਕਿਉਂਕਿ ਡਰਾਈਵਰ ਸਾਈਡ ਤੁਸੀਂ ਦੇਖਿਆ ਗਿਆ ਉਹ ਤਸਵੀਰਾਂ ਦੇ ਵਿੱਚ ਵੀ ਸਿਮੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਡਰਾਈਵਰ ਸਾਈਡ ਤੋਂ ਗੱਡੀ ਜਾ ਕੇ ਟਕਰਾਈ ਆ, ਤਾਂ ਡਰਾਈਵਰ ਸਾਈਡ ਸਿੱਧਾ ਦੀਪ ਸਿੱਧੂ ਤੇ ਅਟੈਕ ਹੋਇਆ ਕਿਉਂਕਿ ਗੱਡੀ ਬੁਰੀ ਤਰ੍ਹਾਂ ਜਦੋਂ ਟੱਕਰ ਵੱਜੀ ਹੈਗੀ ਵਿੱਚ ਵੜ ਚੁੱਕਿਆ ਅਗਲਾ ਹਿੱਸਾ ਗੱਡੀ ਦਾ, ਤਾਂ ਦੀਪ ਸਿੱਧੂ ਨੇ ਉਸ ਵਕਤ ਹੀ ਦਮ ਜਿਹੜਾ ਤੋੜ ਦਿੱਤਾ ਸੀ। ਉਸਦਾ ਸਾਥੀ ਸੀ ਜਿਹੜਾ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਤਾਂ ਉਸ ਤੋਂ ਬਾਅਦ ਵੀ ਦੱਸਣਾ ਚਾਹਾਂਗੇ ਜਿਹੜੀਆਂ ਹਾਦਸੇ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ, ਉਸ ਤੋਂ ਬਾਅਦ ਜਿਹੜੀਆਂ ਡੈੱਡ ਬੋਡੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ, ਸੁਖੋ ਅਸੀਂ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਸ ਤਰ੍ਹਾਂ ਹਾਲਤ ਜਿਹੜੀ ਆ ਮਾੜੀ ਆ ਬੋਡੀ ਦੀ, ਡੈੱਡ ਬੋਡੀ ਦੀ ਅਸੀਂ ਨਹੀਂ ਦਿਖਾ ਸਕਦੇ ਤੁਹਾਨੂੰ ਦਰਸ਼ਕੋ। ਪਰ ਬਹੁਤ ਜਿਹੜਾ ਦੁੱਖ ਹੋ ਰਿਹਾ ਅੱਜ ਕਿਉਂਕਿ ਇਸ ਖਬਰ ਤੋਂ ਬਾਅਦ ਸੋਗ ਦੀ ਲਹਿਰ ਆ ਜਿਹੜੀ ਬਹੁਤ ਸੋਗ ਦੀ ਲਹਿਰ ਚਾਰੇ ਪਾਸੇ ਦੌੜ ਗਿਆ। ਹਰ ਇੱਕ ਇਨਸਾਨ ਇਹ ਬਿਲਕੁਲ ਇਸ ਵੇਲੇ ਦੀ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਕਿ ਲਾਈਵ ਦੇ ਵਿੱਚ ਜਿਹੜੇ ਆ ਕਿ ਹੌਬੀ ਧਾਲੀਵਾਲ ਨੇ ਕਿਹਾ ਕਿ ਜਿਹੜੀ ਆ ਮੰਡ ਭਗਤੀ ਜਿਹੜੀ ਆ ਮੰਦਭਾਗੀ ਖਬਰ ਹੈ ਇਹ ਜਿਹੜੀ ਦੀਪ ਸਿੱਧੂ ਦੀ ਮੌਤ ਹੋਈ ਆ। ਹੌਬੀ ਧਾਲੀਵਾਲ ਨੇ ਵੀ ਦੁੱਖ ਪ੍ਰਗਟ ਕੀਤਾ। ਇੱਥੇ ਨਾਲ ਹੀ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਚੰਨੀ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਟਵੀਟ ਕੀਤਾ ਗਿਆ, ਉਹਨਾਂ ਦੇ ਵੱਲੋਂ ਵੀ ਜਿਹੜੀ ਆ ਇਹ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਿ ਬਹੁਤ ਦੁੱਖ ਦੀ ਗੱਲ ਹੈ। ਤੇ ਨਾਲ ਹੌਬੀ ਧਾਲੀਵਾਲ ਦੇ ਨਾਲ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ, ਕਿਉਂਕਿ ਸਿਮੀ ਗੱਲ ਕੀਤੀ ਜਾਵੇ ਹੌਬੀ ਧਾਲੀਵਾਲ ਹੋਰਾਂ ਦੀ, ਬੇਸ਼ੱਕ ਅੱਜ ਕੱਲ ਉਹ ਐਕਟਿੰਗ ਤੋਂ ਥੋੜਾ ਦੂਰੀ ਬਣਾ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ, ਇੱਕ ਸਿਆਸਤਦਾਨ ਦੇ ਵਜੋਂ ਉੱਭਰ ਕੇ ਨਜ਼ਰ ਆਏ ਨੇ, ਪਰ ਹੌਬੀ ਧਾਲੀਵਾਲ ਦੀਆਂ ਦੀਪ ਸਿੱਧੂ ਦੇ ਨਾਲ ਕਾਫੀ ਨਜ਼ਦੀਕੀਆਂ ਸੀ ਕਿਉਂਕਿ ਜੋਰਾ 10 ਨੰਬਰੀਆਂ ਵਰਗੀਆਂ ਕਈ ਫਿਲਮਾਂ ਦੇ ਵਿੱਚ ਇਕੱਠੇ ਕੰਮ ਕਰ ਚੁੱਕੇ ਨੇਗੇ। ਤਾਂ ਜੇ ਜ਼ਰੂਰ ਹੁੰਦਾ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਨਾਲ ਕੰਮ ਕੀਤਾ ਹੋਵੇ ਜਾਂ ਥੋੜਾ ਸਮਾਂ ਵੀ ਇਹ ਵਿਚਾਰਿਆ ਹੋਵੇ, ਬੇਸ਼ੱਕ ਤੁਸੀਂ ਕਿਸੇ ਦੇ ਨਾਲ 10 ਮਿੰਟ ਹੀ ਬੈਠੇ ਹੋਵੋ, ਪਰ ਜਦੋਂ ਕੋਈ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੁੱਖ ਹਰ ਇੱਕ ਬੰਦੇ ਨੂੰ ਲੱਗਦਾ। ਆਮ ਲੋਕਾਂ ਦੇ ਵਿੱਚ ਵੀ ਹਰ ਇੱਕ ਬੰਦੇ ਦੀ ਦੂਜੀ ਪੋਸਟ ਦੇ ਵਿੱਚ ਜੇ ਦੇਖਿਆ ਜਾਵੇ ਹਰ ਦੂਜੀ ਪੋਸਟ ਜਿਹੜੀ ਸੋਸ਼ਲ ਮੀਡੀਆ ਤੇ ਪੈ ਰਹੀ ਆ ਉਹ ਦੀਪ ਸਿੱਧੂ ਦੀ ਮੌਤ ਦੀ ਪੈ ਰਹੀ ਆ। ਸਿਮੀ ਦੱਸਦੀ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਹ ਜਿਹੜਾ ਇਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਟਵੀਟ ਕਰਕੇ ਲਿਖਦੇ ਨੇ ਕਿ ਪੰਜਾਬੀ ਅਭਿਨੇਤਾ ਦੀਪ ਸਿੱਧੂ ਦਾ ਦੇਹਾਂਤ ਹੋਇਆ, ਸਮੁੱਚੇ ਫਿਲਮ ਭਾਈਚਾਰੇ ਨੂੰ ਸਦਮਾ ਪਹੁੰਚਿਆ, ਮੁਕਤਸਰ ਤੋਂ ਕਲਾਕਾਰ ਬਣੇ ਵਕੀਲ, ਇਹਨਾਂ ਦੇ ਵੱਲੋਂ ਕਈਆਂ ਨੂੰ ਪ੍ਰੇਰਿਤ ਕੀਤਾ ਗਿਆ, ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਨਜ਼ਦੀਕੀਆਂ ਨੂੰ ਇਸ ਆਤਮਾ ਅਸੀਂ ਬਹੁਤ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ,
ਇਹ ਅਸੀਂ ਅਰਦਾਸ ਕਰਦੇ ਹਾਂ। ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ, ਕਿਉਂਕਿ ਤਾਂ ਦੂਜੇ ਪਾਸੇ ਰਣਜੀਤ ਸਿੰਘ ਬਾਬਾ ਮਾਫ ਕਰਨਾ ਰਣਜੀਤ ਸਿੰਘ ਬਾਬਾ ਪੰਜਾਬੀ ਗਾਇਕ ਨੇ, ਉਹਨਾਂ ਦੇ ਵੱਲੋਂ ਵੀ ਪੋਸਟ ਪਾਈ ਗਈ ਆ। ਲਿਖਦੇ ਨੇ ਕਿ ਅਲਵਿਦਾ ਦੋਸਤ, ਤੇਰਾ ਇੰਜ ਤੁਰ ਜਾਣਾ ਅਸਹਿ ਆ। ਕਿਉਂਕਿ ਇੱਕ ਝਟਕਾ ਲੱਗਿਆ, ਜਿਵੇਂ ਇਹ ਖਬਰ ਸਾਹਮਣੇ ਆਈ ਆ, ਕੋਈ ਉਮੀਦ ਵੀ ਨਹੀਂ ਕਰ ਸਕਦਾ ਸੀ ਕਿ ਇਹ ਦਿਨ ਛਿਪਦੇ ਹੀ, ਰਾਤ ਹੁੰਦੇ ਹੀ ਕੋਈ ਅਜਿਹੀ ਖਬਰ ਸਾਹਮਣੇ ਆ ਜਾਵੇਗੀ ਜੋ ਪੂਰੇ ਪੰਜਾਬ ਦੀ ਕੀ ਪੂਰੇ ਭਾਰਤ ਭਰ ਦੀ ਜਿਹੜੀ ਨੀਂਦ ਆ ਉਸਨੂੰ ਉਡਾ ਕੇ ਰੱਖ ਦੇਵੇਗੀ। ਬਿਲਕੁਲ ਹਰ ਇੱਕ ਦੀ ਨੀਂਦ ਜਿਹੜੀ ਅੱਜ ਉੱਡ ਗਈ ਹੈ। ਅੱਜ ਕਿਸੇ ਨੂੰ ਵੀ ਸ਼ਾਇਦ ਜਿਹੜੀ ਆ ਨੀਂਦ ਨਾ ਆਵੇ, ਕਿਉਂਕਿ ਇਹ ਹਰ ਇੱਕ ਬੰਦਾ ਸੋਚ ਕੇ ਹੈਰਾਨ ਹੋ ਰਿਹਾ ਹੋਵੇਗਾ ਕਿ ਐਵੇਂ ਕਿਵੇਂ ਹੋ ਸਕਦਾ। ਅੱਧਿਆਂ ਨੂੰ ਤਾਂ ਹੁਣ ਵੀ ਸੁੱਖ ਯਕੀਨ ਨਹੀਂ ਹੋ ਰਿਹਾ ਹੋਣਾ ਕਿ ਸਿੱਧੂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਆ ਗਏ ਨੇ। ਪਰ ਇਹ ਜਿਹੜੀ ਸੋਗ ਦੀ ਲਹਿਰ ਆ ਚਾਰੇ ਪਾਸੇ ਫੈਲੀ ਹੋਈ ਆ। ਸੋਸ਼ਲ ਮੀਡੀਆ ਤੇ ਹਰ ਦੂਜੀ ਪੋਸਟ ਆ ਜਿਹੜੀ ਸੁੱਖ ਉਹ ਇਹੀ ਪੈ ਰਹੀ ਆ, ਦੁੱਖ ਦਾ ਪ੍ਰਗਟਾਵਾ ਹੋ ਰਿਹਾ, ਹਰ ਇੱਕ ਨੂੰ ਸ਼ੌਕ ਲੱਗ ਰਿਹਾ, ਸਭ ਸਦਮੇ ਦੇ ਵਿੱਚ ਨੇ। ਸਾਰਿਆਂ ਨੂੰ ਇਹ ਲੱਗ ਰਿਹਾ ਕਿ ਇਹ ਕਿਵੇਂ ਹੋ ਸਕਦਾ, ਕਿ ਸ਼ਾਇਦ ਇਹ ਸਭ ਨੂੰ ਇਹ ਆਸ ਹੈ ਕਿ ਹੁਣੇ ਥੋੜੀ ਦੇਰ ਬਾਅਦ ਇਹ ਖਬਰ ਮਿਲੇ ਕਿ ਸ਼ਾਇਦ ਇਹ ਸੱਚੀ ਖਬਰ ਨਹੀਂ ਸੀ, ਇਹ ਅਫਵਾਹ ਸੀ, ਇਹ ਝੂਠੀ ਖਬਰ ਸੀ। ਸਭ ਨੂੰ ਇਹੀ ਲੱਗ ਰਿਹਾ ਹੋਣਾ ਕਿ ਥੋੜੀ ਦੇਰ ਬਾਅਦ ਇਹ ਬ੍ਰੇਕ ਜ਼ਰੂਰ ਹੋਵੇ ਕਿ ਦੀਪ ਸਿੱਧੂ ਨਹੀਂ ਮਰੇ, ਉਹਨਾਂ ਦੀ ਮੌਤ ਨਹੀਂ ਹੋਈ, ਇਹ ਖਬਰ ਝੂਠੀ ਸੀ। ਸਭ ਨੂੰ ਇਹ ਚੀਜ਼ ਲੱਗ ਰਹੀ ਹੋਣੀ ਆ ਹੁਣ ਤੱਕ ਸਿਮੀ, ਕਿਉਂਕਿ ਦੇਖਿਆ ਜਾਵੇ ਕਈ ਫਿਲਮ ਸਤਾਰੇ ਹੁੰਦੇ ਨੇ ਜਿਹੜੇ ਆਮ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਨੇ, ਪਰ ਜਦੋਂ ਕਿਸਾਨੀ ਅੰਦੋਲਨ ਨੇ ਦੀਪ ਸਿੱਧੂ ਨੂੰ ਲੋਕਾਂ ਦੇ ਨਾਲ ਇੰਨਾ ਕੁ ਜ਼ਿਆਦਾ ਨੇੜੇ ਕਰ ਦਿੱਤਾ ਸੀਗਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਬਜ਼ੁਰਗ ਹੋਣ, ਬਹੁਤ ਥੋੜੇ ਲੋਕ ਹੋਣਗੇ ਜਿਹੜੇ ਦੀਪ ਸਿੱਧੂ ਨੂੰ ਨਜ਼ਦੀਕ ਜਾ ਕੇ ਨਹੀਂ ਮਿਲੇ ਜੀ। ਤਾਂ ਕਿਸਾਨੀ ਅੰਦੋਲਨ ਨੇ ਦੀਪ ਸਿੱਧੂ ਨੂੰ ਲੋਕਾਂ ਦੇ ਵਿੱਚ ਇੰਨਾ ਕੁ ਨੇੜੇ ਕਰ ਦਿੱਤਾ ਸੀਗਾ, ਕਿਉਂਕਿ ਜਦੋਂ ਉਹਨਾਂ ਦੇ ਵੱਲੋਂ ਸ਼ੰਭੂ ਤੇ ਮੋਰਚਾ ਲਾਇਆ ਗਿਆ ਤੇ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਸਿਮੀ, ਇਹ ਕਿ ਪੰਜਾਬ ਦੇ ਵਿੱਚ ਹੋਰ ਕਿਸੇ ਵੀ ਧਰਨੇ ਤੇ ਓਡਾ ਇਕੱਠ ਨਹੀਂ ਦੇਖਿਆ ਗਿਆ ਸੀ ਜਿਹੜਾ ਦੀਪ ਸਿੱਧੂ ਦੇ ਇਕੱਲੇ ਦੇ ਵੱਲੋਂ ਸ਼ੰਭੂ ਮੋਰਚੇ ਤੇ ਕਰ ਲਿਆ ਗਿਆ ਸੀਗਾ। ਬਿਲਕੁਲ, ਉਦੋਂ ਉਹਨਾਂ ਦੇ ਨਜ਼ਦੀਕੀ ਦੋਸਤ ਜਿਹੜੇ ਆ ਉਹ ਵੀ ਉਹਨਾਂ ਦੇ ਨਾਲ ਹੁੰਦੇ ਨੇ। ਹਰਪ੍ਰੀਤ ਦੇਵਗਨ ਉਹਨਾਂ ਦੇ ਨਾਲ ਹੁੰਦੇ ਨੇ ਤੇ ਉਦੋਂ ਮੋਰਚਾ ਲਗਾਇਆ ਜਾਂਦਾ ਤੇ ਲੋਕਾਂ ਦਾ ਭਰਵਾ ਹੁਗਾਰਾ ਜਿਹੜਾ ਮਿਲਦਾ ਆ, ਉਹਨਾਂ ਨੂੰ ਮਿਲਦਾ ਆ ਉੱਥੇ, ਤੇ ਉੱਥੇ ਵੀ ਕੌਮ ਨੂੰ ਬਚਾਉਣ ਦੀ ਗੱਲ ਹੁੰਦੀ ਹੈ। ਸੁੱਖ ਹਰ ਟਾਈਮ ਇਹ ਕੌਮ ਨੂੰ ਲੈ ਕੇ ਬਹੁਤ ਚਿੰਤਿਤ ਰਹਿੰਦੇ ਸੀ ਕਿ ਕੌਮ ਨੂੰ ਹਮੇਸ਼ਾ ਬਚਾਇਆ ਜਾਵੇ, ਕੌਮ ਨੂੰ ਉੱਚੇ ਲੈ ਕੇ ਜਾਇਆ ਜਾਵੇ। ਜਿਹੜਾ ਸਤਿਕਾਰ ਮਾਣ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿੱਤਾ ਜਾਂ ਫਿਰ ਦਸਤਾਰ ਬਖਸ਼ੀ ਆ, ਸਾਨੂੰ ਕੁਰਬਾਨੀਆਂ ਦੇ ਕੇ ਬਖਸ਼ੀ ਆ, ਤਾਂ ਇਸ ਦੀ ਲਾਜ ਰੱਖੀ ਜਾਵੇ। ਇਹ ਹਮੇਸ਼ਾ ਹੀ ਜਿਹੜਾ ਦੀਪ ਸਿੱਧੂ ਦੇ ਵੱਲੋਂ ਕਿਤੇ ਨਾ ਕਿਤੇ ਇਸ ਗੱਲ ਨੂੰ ਹਮੇਸ਼ਾ ਉੱਪਰ ਰੱਖਿਆ ਜਾਂਦਾ ਸੀ, ਕੌਮ ਨੂੰ ਉੱਪਰ ਰੱਖਿਆ ਜਾਂਦਾ ਸੀ, ਹਰ ਇੱਕ ਦਾ ਸਰਬੱਤ ਦਾ ਭਲਾ ਹੀ ਮੰਗਦੇ ਸੀ। ਬੇਸ਼ੱਕ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤਾਂ ਨਾਲ ਮਨਮੁਟਾਅ ਹੋਏ, ਬਹੁਤਾਂ ਦੇ ਨਾਲ ਗੱਲਬਾਤ ਹੋਈ, ਬਹੁਤਾਂ ਦੇ ਨਾਲ ਗੁੱਸੇ ਗਿਲੇ ਵੀ ਹੋਏ, ਪਰ ਕਿਤੇ ਨਾ ਕਿਤੇ ਜਿਨ੍ਹਾਂ ਦੇ ਨਾਲ ਉਦੋਂ ਗੁੱਸੇ ਹੋਏ ਸੀ ਅੱਜ ਉਹ ਗੱਲ ਇਹ ਸੋਚ ਰਹੇ ਹੋਣੇ ਆ ਕਿ ਸ਼ਾਇਦ ਉਦੋਂ ਹੀ ਗੁੱਸਾ ਭੁਲਾ ਕੇ ਜੱਫੀ ਪਾ ਲਈ ਹੁੰਦੀ ਬਿਲਕੁਲ ਦੀਪ ਸਿੱਧੂ ਨੂੰ ਤਾਂ ਬਹੁਤ ਚੰਗੀ ਗੱਲ ਸੀ। ਅੱਜ ਉਹ ਕਿਸੇ ਨੂੰ ਨਹੀਂ ਪਤਾ ਸੀ, ਇਸੇ ਕਰਕੇ ਕਹਿੰਦੇ ਹੁੰਦੇ ਕਿ ਕਿਸੇ ਨਾਲ ਨਾਰਾਜ਼ ਨਾ ਰਹੋ, ਕਿਸੇ ਨਾਲ ਨਾਰਾਜ਼ਗੀ ਨਾ ਦਿਖਾਓ, ਕਿਸੇ ਨਾਲ ਮਤਭੇਦ ਅਗਰ ਤੁਹਾਡੇ ਹੁੰਦੇ ਵੀ ਆ ਤਾਂ ਤੁਸੀਂ ਜ਼ਿਆਦਾ ਦੇਰ ਨਾਰਾਜ਼ ਨਾ ਰਹੋ ਕਿਸੇ ਦੇ ਨਾਲ, ਜਾ ਕੇ ਗੱਲ ਵਕੜੀ ਜ਼ਰੂਰ ਪਾਓ ਇੱਕ ਵਾਰੀ। ਤਾਂ ਅੱਜ ਉਹਨਾਂ ਨੂੰ ਮਹਿਸੂਸ ਜ਼ਰੂਰ ਹੋ ਰਿਹਾ, ਜਿਵੇਂ ਕਿ ਗੁਰਪ੍ਰੀਤ ਕੋਟਲੀ ਨੂੰ ਮਹਿਸੂਸ ਹੋ ਰਿਹਾ ਅੱਜ ਕਿ ਸ਼ਾਇਦ ਮੇਰੇ ਤੋਂ ਗਲਤੀ ਹੋਈ ਆ, ਮੈਂ ਮਾਫੀ ਮੰਗਦਾ, ਪਰ ਇਸ ਤਰ੍ਹਾਂ ਤੁਰ ਜਾਣਾ ਕਿਤੇ ਨਾ ਕਿਤੇ ਦੁੱਖ ਦੀ ਗੱਲ ਆ, ਦੁੱਖ ਦੀ ਗੱਲ ਆ, ਕਿਉਂਕਿ ਹਰ ਪਾਸੇ ਸੋਗ ਦੀ ਲਹਿਰ ਆ। ਪਰ ਕਿਤੇ ਨਾ ਕਿਤੇ ਸੁੱਖ ਜਿਹੜਾ ਹੈ ਗੁਰਚੇਤ ਚਿੱਤਰਕਾਰ ਦੇ ਜਿਹੜੀ ਇਹ ਇੱਕ ਦੋ ਸ਼ਬਦ ਭਾਵੇਂ ਉਹਨਾਂ ਨੇ ਲਿਖੇ ਨੇ ਕਿ ਕਤਲ ਜਾਂ ਹਾਦਸਾ ਹੈ ਨਾ। ਸਿਮੀ ਦੇਖਿਆ ਜਾਵੇ ਜਦੋਂ ਇਹ ਖਬਰ ਆਪਣੇ ਕੋਲ ਆਈ ਸੀਗੀ ਤਾਂ ਆਪਾਂ ਨੇ ਜਦੋਂ ਅਪਡੇਟ ਇਸ ਬਾਰੇ ਕੀਤਾ ਸੀ ਤਾਂ ਮੇਰੀ ਆਪਣੇ ਬਿਊਰੋ ਚੀਫ ਮਰਵਾਹਾ ਜੀ ਹੋਰਾਂ ਨਾਲ ਵੀ ਗੱਲ ਹੋਈ ਸੀ ਤਾਂ ਉਹਨਾਂ ਦੇ ਵੱਲੋਂ ਵੀ ਸੇਮ ਸਵਾਲ ਜਿਹੜਾ ਖੜਾ ਕੀਤਾ ਗਿਆ ਸੀਗਾ ਕਿ ਹਜੇ ਆਪਾਂ ਇਹ ਨਹੀਂ ਮੰਨ ਸਕਦੇ ਕਿ ਇਹ ਇੱਕ ਹਾਦਸਾ, ਹਲੇ ਆਪਾਂ ਜਾਂਚ ਤੋਂ ਬਾਅਦ ਹੀ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਹਾਦਸਾ ਸੀ ਜਾਂ ਫਿਰ ਕੋਈ ਸਾਜ਼ਿਸ਼ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨੂੰ ਅਗਰ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੋਈ ਜਾਂ ਫਿਰ ਇਸ ਦੇ ਪਿੱਛੇ ਕੋਈ ਗੱਲਬਾਤ ਹੋਈ ਤਾਂ ਕਾਰਵਾਈ ਹੋਵੇਗੀ ਜਾਂ ਫਿਰ ਜਾਂਚ ਕੀਤੀ ਜਾਵੇਗੀ ਜਾਂ ਫਿਰ ਇਸ ਨੂੰ ਇੱਥੇ ਹੀ ਨਿਪਟਾ ਦਿੱਤਾ ਜਾਵੇਗਾ? ਨਹੀਂ ਸਿਮੀ ਦੇਖੋ, ਉਹ ਅਕਸਰ ਹੁੰਦਾ ਕਿ ਜਿਹਾ ਜੇ ਕੋਈ ਮਾਮਲਾ ਸਾਹਮਣੇ ਆਵੇ ਤਾਂ ਕੁਝ ਲੋਕਾਂ ਦੇ ਵੱਲੋਂ ਦਬਾਅ ਵੀ ਦਿੱਤਾ ਜਾਵੇਗਾ, ਪਰ ਦੀਪ ਸਿੱਧੂ ਵਾਲਾ ਮਾਮਲਾ ਅਲੱਗ ਆ ਕਿਉਂਕਿ ਦੀਪ ਸਿੱਧੂ ਇੱਕ ਹਾਈਲਾਈਟਡ ਨਾਮ ਨੇਗੇ। ਉਹਨਾਂ ਦਾ ਉਹ ਖੁਦ ਵਕੀਲੀ ਦੇ ਅੱਛੇ ਦਾਅਵੇ ਜਾਣਦੇ ਸੀ ਤਾਂ ਉਹਨਾਂ ਦੇ ਭਰਾ ਚੰਗੇ ਵਕੀਲ ਨੇਗੇ। ਜਦੋਂ 26 ਜਨਵਰੀ ਵਰਗੇ ਇਹ ਜਿਹੜੇ ਮਾਮਲੇ ਦੇ ਵਿੱਚੋਂ ਦੀਪ ਸਿੱਧੂ ਨੂੰ ਜ਼ਮਾਨਤ ਦਵਾਈ ਜਾ ਸਕਦੀ ਆ ਕਿਉਂਕਿ ਮਾਮਲਾ ਕਾਫੀ ਗੰਭੀਰ ਸੀ। 26 ਜਨਵਰੀ ਵਾਲਾ ਵੀ ਕਾਫੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਮੁਸ਼ਕਲ ਆ, ਜ਼ਮਾਨਤ ਇੰਨੀ ਸੌਖੀ ਨਹੀਂ ਮਿਲੂਗੀ, ਪਰ ਦੀਪ ਸਿੱਧੂ ਨੂੰ ਜ਼ਮਾਨਤ
ਜਿਹੜੀ ਉਹ ਦਬਾ ਲਈ ਗਈ ਸੀ, ਤਾਂ ਬਾਕੀ ਆਮ ਲੋਕਾਂ ਦੀਆਂ ਫੀਲਿੰਗਸ ਵੀ ਦੀਪ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਨੇਗੀਆਂ, ਕਿਉਂਕਿ ਅੱਜ ਕੱਲ ਇਨਸਾਫ ਦੇ ਲਈ ਲੋਕ ਸੜਕਾਂ ਤੇ ਉਤਰਨ ਲੱਗੇ ਨੇ। ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਸੀ। ਜੇ ਕੋਈ ਅਜਿਹੀ ਘਟਨਾ ਵਾਪਰਦੀ ਆ, ਮਤਲਬ ਕੋਈ ਸਾਹਮਣੇ ਆਉਂਦਾ ਕਾਰਵਾਈ ਤੋਂ ਬਾਅਦ ਕਿ ਕੋਈ ਅਜਿਹੀ ਘਟਨਾ ਸੀ, ਜੇ ਕੋਈ ਅਜਿਹਾ ਸੁਰਾਗ ਮਿਲਦਾ ਆ, ਜੇ ਕੋਈ ਅਜਿਹੀ ਉੱਥੇ ਤੱਥ ਮਿਲਦੇ ਨੇ ਜਾਂ ਫਿਰ ਕੋਈ ਅਜਿਹਾ ਸਬੂਤ ਮਿਲਦਾ ਹੈ ਕਿ ਜਿਸ ਦੇ ਨਾਲ ਲੱਗੇ ਕਿ ਹੋ ਸਕਦਾ ਹੈ ਕਿ ਹਾਦਸਾ ਨਹੀਂ ਕਤਲ ਹੈ, ਤਾਂ ਫਿਰ ਜ਼ਰੂਰ ਕਿਤੇ ਨਾ ਕਿਤੇ ਕਾਰਵਾਈ ਹੋਵੇਗੀ, ਜ਼ਰੂਰ ਜਾਂਚ ਕੀਤੀ ਜਾਵੇਗੀ। ਬਿਲਕੁਲ ਸਿਮੀ, ਪਰ ਅਕਸਰ ਕੀ ਹੁੰਦਾਗਾ ਕਿ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਜਿਹੜੀਆਂ ਤਸਵੀਰਾਂ ਜ਼ਰੂਰ ਮੇਰੇ ਖਿਆਲ 'ਚ ਇੱਕ ਦਿਖਾ ਦਈਏ ਕਿ ਕਿਸ ਤਰ੍ਹਾਂ ਜਿਹੜੇ ਆ ਦੀਪ ਸਿੱਧੂ ਦੀ ਜਿਹੜੀ ਕਿਸ ਤਰ੍ਹਾਂ ਹਾਦਸਾ ਹੁੰਦਾ, ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਜ਼ਰੂਰ ਦਰਸ਼ਕਾਂ ਨੂੰ ਜ਼ਰੂਰ ਦਿਖਾਣਾ ਚਾਹਾਂਗੇ ਕਿ ਕਿਸ ਤਰ੍ਹਾਂ ਜਿਹੜੇ ਹਾਦਸਾ ਹੁੰਦਾ ਹੈ ਤੇ ਕਿਸ ਤਰ੍ਹਾਂ ਦੀਆਂ ਉਸਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਪਰ ਫਿਲਹਾਲ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਦੇਖੋ ਬਹੁਤ ਮੰਦਭਾਗੀ ਘਟਨਾ ਹੈ। ਤਸਵੀਰਾਂ ਤੁਸੀਂ ਦੇਖੋ ਕਿ ਜਿਸ ਵੇਲੇ ਐਕਸੀਡੈਂਟ ਹੁੰਦਾ ਹੈ ਤਾਂ ਗੱਡੀ ਦਾ ਅਗਲਾ ਹਿੱਸਾ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਹੈ। ਗੱਡੀ ਦਾ ਅਗਲਾ ਹਿੱਸਾ ਬਿਲਕੁਲ ਖਤਮ ਹੋਇਆ ਦਿਖਾਈ ਦਿੰਦਾ ਹੈ ਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਜਦੋਂ ਆਪਾਂ ਦੇਖਦੇ ਨੇ ਕਿ ਹਾਦਸਾ ਹੋਇਆ, ਆਪਾਂ ਬਹੁਤ ਛੋਟੀ ਜੀ ਗੱਲ ਕਹਿ ਕੇ ਛੱਡ ਦਿੰਦੇ ਆ ਕਿ ਹਾਦਸਾ ਹੋ ਗਿਆ, ਆਪਾਂ ਬਹੁਤ ਛੋਟੀ ਜੀ ਗੱਲ ਕਹਿ ਕੇ ਦਿੰਦੇ ਆ ਕਿ ਫਲਾਣੀ ਜਗ੍ਹਾ ਐਕਸੀਡੈਂਟ ਹੋ ਗਿਆ। ਪਰ ਜਦੋਂ ਐਕਸੀਡੈਂਟ ਕਿਸੇ ਅਜਿਹੇ ਬਹੁਚਰਚਿਤ ਚਿਹਰੇ ਦਾ ਹੋਵੇ ਜਾਂ ਫਿਰ ਅਜਿਹੇ ਅਦਾਕਾਰ ਦਾ ਹੋਵੇ ਜਿਹੜਾ ਚਿਹਰਾ ਸਭ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੋਵੇ ਜਾਂ ਫਿਰ ਸਭ ਦੇ ਲਈ ਇੱਕ ਪ੍ਰੇਰਨਾ ਸਰੋਤ ਹੋਵੇ, ਤਾਂ ਕਿਤੇ ਨਾ ਕਿਤੇ ਜਿਹੜੇ ਸੁੱਖ ਇਹ ਬਹੁਤ ਵੱਡੀ ਗੱਲ ਆ। ਬਿਲਕੁਲ ਸਿਮੀ, ਦੇਖਿਆ ਜਾਵੇ ਤਾਂ ਹੀ ਹੁਣ ਸੋਸ਼ਲ ਮੀਡੀਆ ਤੇ ਵੀ ਹਰ ਇੱਕ ਬੰਦਾ ਆਪਣਾ ਦੁੱਖ ਦਾ ਪ੍ਰਗਟਾਵਾ ਕਰ ਰਿਹਾ। ਪੰਜਾਬੀ ਗਾਇਕਾ ਕੌਰਬੀ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਹ ਸੋਸ਼ਲ ਮੀਡੀਆ ਅਕਾਊਂਟ ਤੇ ਦੀਪ ਸਿੱਧੂ ਦੀ ਫੋਟੋ ਪਾਈ ਜਾਂਦੀ ਹੈ ਤੇ ਨਾਲ ਲਿਖਦੇ ਨੇ ਕਿ ਯਕੀਨ ਨਹੀਂ ਆ ਰਿਹਾ, ਅਜੇ ਥੋੜੇ ਦਿਨ ਪਹਿਲਾਂ ਮੇਰੀ ਗੱਲ ਹੋਈ ਸੀ, ਸੱਚੀ ਬਹੁਤ ਨੇਕ ਇਨਸਾਨ ਸੀ ਵੀਰਾ, ਪਰਿਵਾਰ ਹਿੰਮਤ ਬਣਾਈ ਰੱਖੇ। ਜੀ ਇਹ ਦੇਖੋ ਵੀਡੀਓ ਜਿਹੜੀ ਹਾਦਸੇ ਦੀ ਵੀਡੀਓ ਹੈ ਨਾ ਸੁੱਖ, ਹਰ ਪਾਸੇ ਛਾਈ ਪਈ ਆ, ਹਰ ਪਾਸੇ ਲੋਕ ਸ਼ੇਅਰ ਕਰ ਰਹੇ ਨੇ, ਹਰ ਪਾਸੇ ਲੋਕ ਇਹ ਸ਼ੇਅਰ ਕਰਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਕਿਤੇ ਨਾ ਕਿਤੇ ਕਿ ਇਹ ਨਹੀਂ ਹੋਣਾ ਚਾਹੀਦਾ ਸੀ। ਬਿਲਕੁਲ ਤਾਂ ਸਿਮੀ ਦੱਸ ਦਈਏ ਕਿ ਹੁਣ ਕੌਰਬੀ ਤੋਂ ਬਾਅਦ ਪੰਜਾਬੀ ਗਾਇਕ ਜਾਰਡਨ ਸੰਧੂ ਹੋਰਾਂ ਦੇ ਵੱਲੋਂ ਵੀ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਜਿਹੜਾ ਕੀਤਾ ਗਿਆ। ਤਾਂ ਗੱਗੂ ਗਿੱਲ ਵੀ ਜਿਹੜੇ ਦੀਪ ਸਿੱਧੂ ਦੇ ਬੇਹੱਦ ਨਜ਼ਦੀਕੀਆਂ ਦੇ ਵਿੱਚੋਂ ਆਉਂਦੇ ਨੇ, ਕਿਉਂਕਿ ਗੱਗੂ ਗਿੱਲ ਜਦੋਂ ਇਹਨਾਂ ਦੀ ਮੂਵੀ ਆਈ ਸੀਗੀ ਜੋਰਾ 10 ਨੰਬਰੀਆ 2 ਤਾਂ ਉਹਦੇ ਵਿੱਚ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਏ ਸੀਗੇ ਗੱਗੂ ਗਿੱਲ। ਉਸ ਮੂਵੀ ਤੋਂ ਬਾਅਦ ਦੀਪ ਸਿੱਧੂ ਤੇ ਗੱਗੂ ਗਿੱਲ ਦੀਆਂ ਕਾਫੀ ਨਜ਼ਦੀਕੀਆਂ ਸੀ, ਤਾਂ ਗੱਗੂ ਗਿੱਲ ਪੋਸਟ ਪਾ ਕੇ ਪੋਸਟ ਦੇ ਵਿੱਚ ਲਿਖਦੇ ਨੇ, ਬਿਲਕੁਲ ਗੱਗੂ ਗਿੱਲ ਪੋਸਟ ਪਾ ਕੇ ਲਿਖਦੇ ਨੇ ਕਿ ਮੇਰੇ ਬਹੁਤ ਅਜੀਜ਼ ਛੋਟੇ ਵੀਰ ਦੀਪ ਸਿੱਧੂ ਦੀ ਮੌਤ ਦੀ ਭਿਆਨਕ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ। ਦੀਪ ਸਿੱਧੂ ਦੇ ਜਾਣ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਖਾਸ ਕਰਕੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬਿਲਕੁਲ ਸੁੱਖ, ਭਾਣਾ ਮੰਨਣ ਦਾ ਬਲ ਜਿਹੜਾ ਸਾਡੇ ਵੱਲੋਂ ਵੀ ਅਸੀਂ ਵੀ ਕਹਾਂਗੇ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ ਪਰਮਾਤਮਾ, ਦੀਪ ਸਿੱਧੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਦੇਵ ਖਰੋੜ ਦੀ, ਦੇਵ ਖਰੋੜ ਵੀ ਇੱਕ ਇਹਨਾਂ ਦੇ ਤਰ੍ਹਾਂ ਹੀ ਇੱਕ ਚਮਕਦਾ ਚਿਹਰਾ ਉਦੋਂ ਬਣਦੇ ਨੇ ਜਦੋਂ ਚਰਚਾ ਦੇ ਵਿੱਚ ਆਉਂਦੇ ਨੇ, ਪਰ ਉਹਨਾਂ ਦੇ ਵੱਲੋਂ ਵੀ ਇਹ ਪੋਸਟ ਪਾਈ ਜਾਂਦੀ ਹੈ ਕਿ ਯਕੀਨ ਨਹੀਂ ਹੋ ਰਿਹਾ ਇਸ ਖਬਰ ਤੇ ਰਿਪ ਦੀਪ ਵੀਰ, ਵਾਹਿਗੁਰੂ ਤੈਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ੇ। ਇਹ ਦੇਵ ਖਰੋੜ ਦੇ ਵੱਲੋਂ ਪੋਸਟ ਪਾਈ ਗਈ ਆ। ਸਿਮੀ ਦੇਖਿਆ ਜਾਵੇ ਤਾਂ ਜਦੋਂ ਜੋ ਆਪਣੀ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂਆਤ ਦੀਪ ਸਿੱਧੂ ਦੇ ਵੱਲੋਂ ਕੀਤੀ ਗਈ ਸੀ, ਉਸ ਵਕਤ ਜੇ ਹੀ ਜਿਹੜਾ ਦੇਵ ਖਰੋੜ ਦੇ ਵੱਲੋਂ ਜਿਹੜੀ ਆਪਣੀ ਰੀ ਐਂਟਰੀ ਕੀਤੀ ਗਈ ਸੀ, ਹਾਲਾਂਕਿ ਦੇਵ ਖਰੋੜ ਨੇ ਆਪਣੀ ਐਂਟਰੀ ਕਾਫੀ ਸਮਾਂ ਪਹਿਲਾਂ ਕਰ ਲਈ ਸੀ ਪਰ ਉਸ ਵਕਤ ਉਹਨਾਂ ਨੂੰ ਕੋਈ ਹਿੱਟ ਨਹੀਂ ਮਿਲਿਆ ਸੀ। ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ, ਜਿਵੇਂ ਗੁਰਚੇਤ ਚਿੱਤਰਕਾਰ ਦੇ ਵੱਲੋਂ ਸਵਾਲ ਚੁੱਕਿਆ ਗਿਆ, ਉਸ ਤਰ੍ਹਾਂ ਜੋ ਸੁਖ ਜਗਰਾਉਂ ਦੇ ਵੱਲੋਂ ਵੱਡਾ ਸਵਾਲ ਚੁੱਕਿਆ ਗਿਆ ਤੇ ਨਾਲ ਹੀ ਇੱਕ ਅਪੀਲ ਵੀ ਕੀਤੀ ਗਈ ਆ। ਸੁਖ ਜਗਰਾਉਂ ਲਿਖਦੇ ਨੇ ਕਿ ਦੀਪ ਸਿੱਧੂ ਦੀ ਮੌਤ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ। ਅਸੀਂ ਸਾਰੇ ਨੌਜਵਾਨ ਸਮੇਤ ਲੱਖਾਂ ਸਿਧਾਣਾ ਸਾਰੇ ਸੜਕਾਂ ਤੇ ਤੁਰੇ ਫਿਰਦੇ ਆ। ਜੇ ਸਾਡੇ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਕੁਝ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਹੋਵੇਗੀ। ਸੁਖ ਜਗਰਾਉਂ ਨੇ ਸਿੱਧਾ ਕੇਂਦਰ ਸਰਕਾਰ ਤੇ ਅਟੈਕ ਕੀਤਾ। ਬਿਲਕੁਲ ਸਿਮੀ, ਅੱਗੇ ਦੇਖਿਆ ਜਾਵੇ ਤਾਂ ਉਹ ਲਿਖਦੇ ਨੇ ਕਿ ਦੀਪ ਸਿੱਧੂ ਦੀ ਮੌਤ ਦੀ ਗੱਲ ਹਾਜ਼ਮ ਨਹੀਂ ਹੋ ਰਹੀ, ਸੋ ਉਸ ਦੀ ਮੌਤ ਦੀ ਸੀਬੀਆਈ ਜਾਂਚ ਹੋਵੇ, ਸਾਡੇ ਸਾਹਮਣੇ ਸੱਚ ਲਿਆਂਦਾ ਜਾਵੇ, ਚੋਣ ਜ਼ਾਬਤੇ ਕਰਕੇ ਸਾਡੇ ਸਾਰਿਆਂ ਦੇ ਅਸਲੇ ਵੀ ਥਾਣਿਆਂ 'ਚ ਜਮ੍ਹਾਂ ਨੇ। ਸੋ ਜੇ ਸਾਡੇ ਕਿਸੇ ਵੀ ਭਰਾ ਦੇ ਨਾਲ ਕੁਝ ਗਲਤ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਤੇ
ਪੰਜਾਬ ਸਰਕਾਰ ਦੀ ਹੋਵੇਗੀ ਤਾਂ ਬਹੁਤ ਹੁਣ ਵੱਡਾ ਇੱਕ ਬਹੁਤ ਵੱਡਾ ਜਿਹੜਾ ਸਵਾਲ ਚੁੱਕਿਆ ਗਿਆ ਤੇ ਸਿੱਧਾ ਸਿੱਧਾ ਅਟੈਕ ਕੀਤਾ ਗਿਆ ਸੁਖ ਜਗਰਾਉਂ ਦੇ ਵੱਲੋਂ ਕੇਂਦਰ ਸਰਕਾਰ ਤੇ ਸਿੱਧਾ ਸਿੱਧਾ ਅਟੈਕ ਕੀਤਾ ਗਿਆ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ, ਜਾਂਚ ਹੋਣੀ ਚਾਹੀਦੀ ਹੈ, ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਆ, ਸੁਖ ਜਗਰਾਉਂ ਦੇ ਵੱਲੋਂ ਕਿਹਾ ਗਿਆ। ਤੇ ਨਾ ਇਸ ਦੇ ਨਾਲ ਹੀ ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਹਰਭਜਨ ਮਾਨ ਨੇ ਵੀ ਜਿਹੜਾ ਪੋਸਟ ਪਾ ਕੇ ਇਹ ਲਿਖਿਆ ਹੈ ਕਿ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ, ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਰੱਖੀ। ਇਹ ਜਿਹੜੇ ਉਹਨਾਂ ਦੇ ਕਰੀਬੀ ਨੇ ਜਾਂ ਇਹ ਫਿਲਮ ਇੰਡਸਟਰੀ ਦੇ ਜਿਹੜੇ ਸਿਤਾਰੇ ਨੇ ਉਹ ਵੀ ਅੱਜ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਨਾ ਮੰਨਣ ਵਾਲੀ ਖਬਰ ਹੈ ਸੁਖ, ਨਾ ਮੰਨਣ ਵਾਲੀ ਖਬਰ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਬਿਲਕੁਲ ਸਿਮੀ, ਖਬਰ ਹੀ ਅਜਿਹੀ ਆ ਕਿ ਯਕੀਨ ਨਹੀਂ ਆਉਂਦਾ ਕਿਉਂਕਿ ਜਦੋਂ ਮੈਨੂੰ ਇਸ ਖਬਰ ਦਾ ਪਤਾ ਲੱਗਿਆ ਸੀਗਾ ਮੈਨੂੰ ਵੀ ਕੁਝ ਪਲ ਦੇ ਲਈ ਯਕੀਨ ਨਹੀਂ ਆਇਆ ਸੀਗਾ। ਫਿਰ ਮੈਂ ਸੋਸ਼ਲ ਮੀਡੀਆ ਨੂੰ ਜਦੋਂ ਫਰੋਲਿਆ ਫਿਰ ਜਿਹੜੀ ਪੁਸ਼ਟੀ ਹੋਈ ਆ ਕਿ ਬਾਕੀ ਇਦਾਂ ਘਟਿਆ ਕਿਉਂਕਿ ਇਹ ਹਜੇ ਮੈਂ ਅੱਜ ਹੀ ਜਿਹੜੀਆਂ ਤਸਵੀਰਾਂ ਦੇਖ ਰਿਹਾ ਸੀਗਾ ਦੀਪ ਸਿੱਧੂ ਦੀਆਂ ਜਿਹੜੀਆਂ ਸਿਮਰਨਜੀਤ ਮਾਨ ਹੋਰਾਂ ਦੇ ਵੱਲੋਂ ਆਪਣੇ ਪੇਜ ਤੇ ਇਹ ਸ਼ੇਅਰ ਕੀਤੀਆਂ ਗਈਆਂ ਸੀਗੀਆਂ ਉਹ ਤਸਵੀਰਾਂ ਦੇਖ ਰਿਹਾ ਸੀਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਦੀਪ ਸਿੱਧੂ ਅਕਸਰ ਬੇਬਾਕੀ ਦੇ ਨਾਲ ਬੋਲਣ ਦੇ ਲਈ ਦੀਪ ਸਿੱਧੂ ਜਾਣੇ ਜਾਂਦੇ ਸੀਗੇ, ਦੀਪ ਸਿੱਧੂ ਦੀਆਂ ਗੱਲਾਂ ਦੇ ਵਿੱਚ ਤਰਕ ਕਾਫੀ ਹੁੰਦੇ ਸੀਗੇ। ਤਾਂ ਜਿਹੜੇ ਬੰਦੇ ਨੂੰ ਪੰਜਾਬ ਬਾਰੇ ਜ਼ਿਆਦਾ ਨਹੀਂ ਵੀ ਪਤਾ, ਕੋਈ ਬਾਹਰ ਵੀ ਬੈਠਾਗਾ ਤਾਂ ਦੀਪ ਸਿੱਧੂ ਨੂੰ ਸੁਣਨ ਤੋਂ ਬਾਅਦ ਬੰਦੇ ਨੂੰ ਕਈ ਚੀਜ਼ਾਂ ਦੇ ਅੰਦਾਜ਼ੇ ਹੋ ਜਾਂਦੇ ਸੀ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਕਿਹੋ ਜਿਹਾ ਮਾਹੌਲ ਹੈ। ਬਿਲਕੁਲ ਇਹ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਹਰ ਇੱਕ ਜਿਹੜਾ ਫਿਲਮ ਸਿਤਾਰਾ ਜਿਹੜਾ ਉਹ ਲਾਈਵ ਹੋ ਕੇ ਕਿਤੇ ਨਾ ਕਿਤੇ ਦੁੱਖ ਦਾ ਪ੍ਰਗਟਾਵਾ ਜ਼ਰੂਰ ਕਰ ਰਿਹਾ। ਹੁਣ ਐਂਡ ਦੇ ਵਿੱਚ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾਵਾਂਗੇ ਕਿ ਕਿਹੋ ਜਿਹੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਕਿਸ ਤਰ੍ਹਾਂ ਹਾਦਸਾ ਵਾਪਰਦਾ, ਹਾਦਸੇ ਤੋਂ ਬਾਅਦ ਕਿਹੜੇ ਤੱਥ ਜਿਹੜੇ ਆ ਸਾਹਮਣੇ ਆਉਂਦੇ ਨੇ।